सरकार ने की कच्चे मुलाजमां नूं पक्का करन दी तैयारी। बजट सैशन तो बाद बोले मुख मंत्री, कहा खरड़ा तैयार, फाइल क्लीयर करवाउण दे लई राजपाल दे नाल भी करांगे मुलाकात, जरूरत पई तां सैशन भी बुलावांगे। हंगामिਆਂ ਦੀ गूंज ਦੇ ਨਾਲ समाप्त होया मान सरकार ਦਾ ਪਹਿਲਾ बजट ਤੇ इजलास, आखिरी दिन भी हंगामा, एक विधायक एक पेंशन सने बिल होया पास। अग्निपथ ਅਤੇ पीयू ਦੇ मसले ਤੇ सदन ਦੇ ਵਿੱਚ ਘੇਰੀ गई केंद्र सरकार। सैशन दौरान मता पास किए गए मते, गैर बीजेपी पार्टियां ने भी किया समर्थन। मंडियां दे विच एमएसपी तो हेठां विकी 85% तो वध मुंगी ਤਾਂ ਵਿਰੋਧੀਆਂ ਨੇ ਸਰਕਾਰ ਨੂੰ ਘੇਰਿਆ। ਕਾਂਗਰਸ ਨੇ ਦੱਸਿਆ ਜੁਮਲਾ, ਸੁਖਬੀਰ ਬਾਦਲ ਨੇ ਕਰਾਰ ਦਿੱਤਾ ਧੋਖਾ। ਸਰਕਾਰ ਬੋਲੀ ਪਹਿਲਾਂ ਤਾਂ ਕਿਸੇ ਨੇ ਕੋਸ਼ਿਸ਼ ਵੀ ਨਹੀਂ ਕੀਤੀ। ਰਾਸ਼ਟਰਪਤੀ ਚੋਣਾਂ ਦੇ ਲਈ ਬੀਜੇਪੀ ਨੇ ਮੰਗਿਆ ਅਕਾਲੀ ਦਲ ਦਾ ਸਾਥ। ਜੇਪੀ ਨੱਡਾ ਨੇ ਸੁਖਬੀਰ ਬਾਦਲ ਦੇ ਨਾਲ ਕੀਤੀ ਗੱਲ। ਦ੍ਰੋਪਦੀ ਮੁਰਮੂ ਨੂੰ ਸਮਰਥਨ ਦੇਣ ਦੀ ਕੀਤੀ ਅਰਜ਼ੋਈ। पंजाब ਨੂੰ जल्द मिल सकता नवा डीजीपी। मौजूदा डीजीपी ਦੇ ਵੱਲੋਂ ਕੇਂਦਰ ਤੇ ਸੂਬਾ ਸਰਕਾਰ ਨੂੰ ਪੱਤਰ। ਡੈਪੂਟੇਸ਼ਨ ਦੇ ਲਈ ਜਿਤਾਈ ਇੱਛਾ। ਐਕਟਿੰਗ ਡੀਜੀਪੀ ਦੇ ਲਈ ਚਰਚਾ ਦੇ ਵਿੱਚ ਗੌਰਵ ਯਾਦਵ, ਹਰਪ੍ਰੀਤ ਸਿੱਧੂ ਤੇ ਸ਼ਰਦ ਸਤਿਆ ਚੌਹਾਨ ਦਾ ਨਾਮ। ਏਜੀਟੀਐਫ ਦਾ ਵੱਡਾ ਐਕਸ਼ਨ, ਗੈਂਗਸਟਰ ਮੋਡਿਊਲ ਦਾ ਕੀਤਾ ਪਰਦਾਫਾਸ਼। 11 ਗੈਂਗਸਟਰਾਂ ਨੂੰ ਹਥਿਆਰਾਂ ਸਣੇ ਕੀਤਾ ਕਾਬੂ। ਰਿੰਦਾ ਗੋਲਡੀ ਤੇ ਵਿਕਰਮ ਬਰਾੜ ਦੇ ਨਾਲ ਜੁੜਦੇ ਨੇ ਧਾਰ। ਜੇਲ੍ਹਾਂ ਦੇ ਵਿੱਚ ਬੰਦ ਗੈਂਗਸਟਰਾਂ ਨੂੰ ਛੁਡਵਾਉਣ ਦੀ ਕਰ ਰਹੇ ਸਨ ਸਾਜ਼ਿਸ਼। मूसेवाला कतलकांड ਦੇ फॉर्चूनर की एंट्री। फॉर्चूनर के जरिए ही शूटरां नूं की गई सी हथियारां की सप्लाई। पुलिस ने वैपन सप्लायर सतवीर नूं किता गिरफ्तार। मौसम की पहली बारिश नाल ही बेहाल होया मोहाली। गोडे गोडे भरिया पानी, ट्रैफिक जाम, लोग होए खज्जल खुआर। सत श्री अकाल, स्वागत है गौरव शुक्ला। मैं हाँ तुहाडे नाल हाज़र हाँ फर्क तां पैंदा है लैके। फर्क तां पैंदा दी शुरुआत अज एक खुशखबरी दे नाल। खुशखबरी उन्हां दे लई जो कच्चे मुलाजम ने पक्का होने का इंतजार कर रहे हैं। तां कच्चे मुलाजमां नूं पक्के करन दी तैयारी कर ली है सरकार ने। बजट सैशन तो बाद मुख्यमंत्री भगवंत मान ने एक बयान दिता ते उन्होंने कहा कि मुलाजमां नूं पक्के करन वाला असीं खरड़ा तैयार कर लिया है ते राजपाल दे नाल भी मुलाकात करांगे ते फाइल क्लीयर करवाउण दे लई राजपाल नूं भी मिलांगे। ਤੇ ਨਾਲ ਹੀ ਇਹ ਵੀ ਦਾਅਵਾ ਕੀਤਾ ਗਿਆ ਕਿ ਜੇਕਰ ਜ਼ਰੂਰਤ ਪਈ ਤਾਂ ਫਿਰ ਸੈਸ਼ਨ ਸੱਦ ਕੇ ਮੁਲਾਜ਼ਮ ਪੱਕੇ ਕੀਤੇ ਜਾਣਗੇ। ਜਦੋਂ ਬਜਟ ਦੀ ਅਨਾਉਂਸਮੈਂਟ ਕੀਤੀ ਗਈ ਸੀ ਸੂਬੇ ਦੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਦੇ ਵੱਲੋਂ, ਤਾਂ ਉਹਨਾਂ ਦੇ ਵੱਲੋਂ ਜ਼ਿਕਰ ਕੀਤਾ ਗਿਆ ਸੀ ਕਿ ਜਿਹੜੇ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਪੱਕਾ ਕਰਨ ਦੇ ਲਈ ਜਿਹੜੀ ਬਜਟ ਦੇ ਵਿੱਚ 500 ਕਰੋੜ ਤੋਂ ਜ਼ਿਆਦਾ ਦੀ ਤਜਵੀਜ਼ ਰੱਖੀ ਗਈ ਸੀ। ਤਾਂ ਇਸ ਵਿਚਾਲੇ ਕਰੀਬ 36000 ਜਿਹੜੇ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਪੱਕਾ ਕਰਨ ਦੀ ਕਵਾਇਦ ਤੁਰਦੀ ਹੋਈ ਨਜ਼ਰ ਆ ਰਹੀ ਹੈ। ਵਿਧਾਨ ਸਭਾ ਦਾ ਬਜਟ ਇਜਲਾਸ ਅਣਮਿੱਥੇ ਸਮੇਂ ਦੇ ਲਈ मुलतवी कर दिता गया। तो मुलाजमां नूं पक्के करन दा खरड़ा भी तैयार करांगे। मुख मंत्री जिक्र करते हुए नजर आए। तो फाइलां तैयार हो रही ने कि कच्चे मुलाजम जिहड़े 36000 ਵੱਖ-ਵੱਖ विभागां दे विच ने उन्हां नूं पक्का किया जाए। और दूजा पॉइंट इस दे लई सीएम ने भी कहा कि असीं राजपाल दे नाल भी मुलाकात करांगे ते जेकर जरूरत पई तां फिर असीं दोबारा सैशन भी सदांगे ते कच्चे मुलाजमां नूं पक्का करांगे। बहुत सारिया अड़चना ने 2016 ਤੇ 2021 ਦੇ ਕਾਨੂੰਨ 'ਚ। ਸੋ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਐਵੇਂ ਅਨਾਉਂਸ ਕਰ ਦਈਏ ਤੇ ਉਹ ਮੁੜ ਕੇ ਕੋਰਟਾਂ ਦੇ ਵਿੱਚ ਰੁਲਦੇ ਫਿਰਨ। ਅਸੀਂ 3 ਮੈਂਬਰੀ ਕਮੇਟੀ ਬਣਾਈ ਹੈ ਅੱਜ ਕੈਬਨਿਟ ਦੇ ਵਿੱਚ। 3 ਕੈਬਨਿਟ ਮੈਂਬਰ ਬਣਾਏ ਨੇ, ਨਾਲ ਉਹਨਾਂ ਦੇ ਏਜੀ ਸਾਹਿਬ ਨਾਲ ਉਹਨਾਂ ਦੇ ਸਲਾਹ ਦੇਣਗੇ। ਜਦੋਂ ਹੀ ਕਾਨੂੰਨੀ ਅੜਚਨਾ ਕਲੀਅਰ ਹੋ ਗਈਆਂ ਚਾਹੇ ਸਾਨੂੰ ਸਪੈਸ਼ਲ ਸੈਸ਼ਨ ਬੁਲਾਉਣਾ ਪੈ ਜੇ, ਅਸੀਂ ਉਹਨਾਂ 36000 ਜਿਹੜੇ ਨੌਜਵਾਨ ਮੁੰਡੇ ਕੁੜੀਆਂ ਨੇ ਤਾਂ ਸੀਐਮ ਦਾਅਵਾ ਕਰ ਰਹੇ ਨੇ ਕਿ ਪੱਕੇ ਪੈਰੀ ਅਸੀਂ ਕਦਮ ਚੁੱਕਾਂਗੇ ਤਾਂ ਕਿ 36000 ਜਿਹੜੇ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਪੱਕਾ ਕੀਤਾ ਜਾ ਸਕੇ। ਖੈਰ ਜਦੋਂ ਜ਼ਿਕਰ ਹੋਵੇ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰ ਦੇਣਾ, ਬਜਟ ਤੇ ਤਜਵੀਜ਼ ਹੋਵੇ, सीएम दावा करन कि सब कुछ असीं खरड़ा तैयार कर रहे हैं, तो खुशखबरी भी है ते कच्चे मुलाजमां नूं अजिहे ऐलानां दे नाल या कहिए कि अजिहे वादियां नाल फर्क तां पैंदा है। उधर पंजाब विधान सभा के बजट इजलास के आखिरी दिन पंजाब विधान सभा नूं नवां डिप्टी स्पीकर भी मिल गया ते हंगामिਆਂ ਦੀ गूंज ਦੇ ਨਾਲ मान सरकार ਦਾ ਪਹਿਲਾ बजट इजलास समाप्त हो गया। ਤੇ ਇਸ ਦੇ ਆਖਰੀ ਦਿਨ ਵੀ ਹੰਗਾਮਾ ਹੋਇਆ। ਆਖਰੀ ਦਿਨ ਇੱਕ ਵਿਧਾਇਕ ਇੱਕ ਪੈਨਸ਼ਨ ਦਾ ਮਤਾ ਪਾਸ ਹੋਇਆ ਤੇ ਇਸ ਦੌਰਾਨ ਵਿਰੋਧੀ ਧਿਰ ਦੇ ਉੱਤੇ ਸੀਐਮ ਮਾਨ ਆਮੋ ਸਾਹਮਣੇ ਵੀ ਹੋ ਗਏ।
ਅਸੀਂ ਤਨਖਾਹਾਂ ਨਹੀਂ ਘਟਾ ਰਹੇ, ਨਾ ਹੀ ਬੰਦ ਕਰ ਰਹੇ ਹਾਂ। ਤਨਖਾਹਾਂ ਜਦੋਂ ਤੱਕ ਲੋਕ ਤੁਹਾਨੂੰ ਚੁਣਨਗੇ ਉਹ ਮਿਲਣਗੇ, ਭੱਤੇ ਮਿਲਣਗੇ, ਹਲਕੇ ਦੇ ਭੱਤੇ ਨੇ ਉਹ ਮਿਲਦੇ ਨੇ। ਤੁਸੀਂ ਦਿੱਲੀ 'ਚ ਵੀ ਕੱਲ੍ਹ ਹੀ ਅਜੇ ਤੁਹਾਡੀਆਂ ਤਨਖਾਹਾਂ ਤੁਹਾਡੀ ਗਵਰਨਮੈਂਟ ਨੇ ਵਧਾਈਆਂ, ਕੱਲ੍ਹ ਹੀ ਦਿੱਲੀ 'ਚ ਹੋਇਆ। ਤੁਸੀਂ ਇੱਥੇ ਜੋ ਵੀ ਜੈਨੂਇਨ ਬਣਦਾ ਐਂਡ ਪੈਨਸ਼ਨਸ ਜੈਨੂਇਨ ਬਣਦੀਆਂ ਨੇ, ਆਪਾਂ ਨੂੰ ਸਗੋਂ ਵੀ ਸ਼ੁੱਡ ਪੇ them well। ਆਖਰੀ ਦਿਨ ਪੰਜਾਬ ਸਰਕਾਰ ਦੇ ਵੱਲੋਂ 4 ਬਿੱਲ ਪਾਸ ਕੀਤੇ ਗਏ, ਜਿਨ੍ਹਾਂ ਦੇ ਵਿੱਚ ਪੰਜਾਬ ਰੂਰਲ ਡਿਵੈਲਪਮੈਂਟ ਸੋਧ ਬਿੱਲ 2022, ਪੰਜਾਬ ਜ਼ਰਾਇਤੀ ਪੈਦਾਵਾਰ ਦੀਆਂ ਮੰਡੀਆਂ ਸੋਧ ਬਿੱਲ 2022, ਪੰਜਾਬ ਸਟੇਟ ਲੈਜਿਸਲੇਟਿਵ ਮੈਂਬਰਸ ਪੈਨਸ਼ਨ ਐਂਡ ਮੈਡੀਕਲ ਫੈਸਿਲਿਟੀਜ਼ ਸੋਧ ਬਿੱਲ 2022 ਤੇ ਪੰਜਾਬ ਵਿੱਤੀ ਜ਼ਿੰਮੇਵਾਰੀ ਅਤੇ ਬਜਟ ਪ੍ਰਬੰਧ ਸੋਧ ਬਿੱਲ 2022 ਸ਼ਾਮਲ ਨੇ। ਤਾਂ ਵਿਧਾਨ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਦੇ ਲਈ ਮੁਲਤਵੀ ਕਰ ਦਿੱਤੀ ਗਈ ਤੇ ਹੁਣ ਜ਼ਿਕਰ ਡਿਪਟੀ ਸਪੀਕਰ ਦਾ ਵੀ। ਪੰਜਾਬ ਵਿਧਾਨ ਸਭਾ ਨੂੰ ਨਵਾਂ ਡਿਪਟੀ ਸਪੀਕਰ ਸਰਕਾਰ ਬਣਨ ਤੋਂ ਬਾਅਦ ਜ਼ਰੂਰੀ ਹੁੰਦਾ ਹੈ, ਤਾਂ ਡਿਪਟੀ ਸਪੀਕਰ ਮਿਲ ਚੁੱਕਿਆ ਹੈ ਤੇ ਡਿਪਟੀ ਸਪੀਕਰ ਬਣਾਇਆ ਗਿਆ ਜੈ ਕਿਸ਼ਨ ਸਿੰਘ ਰੋੜੀ। ਤੇ ਨਵੇਂ ਡਿਪਟੀ ਸਪੀਕਰ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਜੈ ਕਿਸ਼ਨ ਸਿੰਘ ਰੋੜੀ ਨੂੰ ਸਰਬਸੰਮਤੀ ਦੇ ਨਾਲ ਚੁਣਿਆ। ਜੈ ਕਿਸ਼ਨ ਸਿੰਘ ਰੋੜੀ ਦੇ ਨਾਮ ਦਾ ਮਤਾ ਬਲਜਿੰਦਰ ਕੌਰ ਨੇ ਰੱਖਿਆ ਸੀ, ਜਿਸ ਤੋਂ ਬਾਅਦ ਸਾਰਿਆਂ ਨੇ ਉਹਨਾਂ ਦੇ ਨਾਮ ਦੇ ਉੱਤੇ ਹਾਮੀ ਭਰੀ। ਨਹੀਂ, ਆਪਾਂ ਤਾਂ ਜਦੋਂ ਕਦੀ ਇਹ ਮਨ 'ਚ ਨਹੀਂ ਆਈ ਸੀ ਗੱਲ। ਮੈਂ ਧੰਨਵਾਦ ਕਰਨਾ ਚਾਹੁੰਦਾ ਬਾਬਾ ਸਾਹਿਬ ਅੰਬੇਦਕਰ ਜੀ ਨੂੰ, ਜਿਨ੍ਹਾਂ ਦੀ ਬਦੌਲਤ ਮੈਂਬਰ ਬਣਨ ਦਾ ਮੌਕਾ ਮਿਲਿਆ, ਔਰ ਪੂਰੇ ਸਦਨ ਨੇ ਬਹੁਤ ਵੱਡੀ ਜਿਹੜਾ ਮੇਰੇ ਤੇ ਵਿਸ਼ਵਾਸ ਪ੍ਰਗਟਾਇਆ। ਜੈ ਕਿਸ਼ਨ ਸਿੰਘ ਰੋੜੀ ਨੇ ਆਪਣਾ ਅਹੁਦਾ ਸੰਭਾਲਿਆ, ਜਿਸ ਤੋਂ ਬਾਅਦ ਸਪੀਕਰ ਕੁਲਤਾਰ ਸੰਧਵਾ ਤੇ ਹੋਰ ਵਿਧਾਇਕਾਂ ਨੇ ਮੁਬਾਰਕਬਾਦ ਦਿੱਤੀ। ਮੈਂ ਜਦੋਂ ਡਿਪਟੀ ਸਪੀਕਰ ਸਾਹਿਬ ਚੁਣੇ ਗਏ ਸੀਗੇ ਲੋਕ ਸਭਾ 'ਚ, ਕਿ ਜਦੋਂ ਮੈਨੂੰ ਟਾਈਮ ਮਿਲਿਆ ਕਰੂਗਾ ਤੁਹਾਡਾ ਹੱਥ ਘੰਟੀ ਵਜਾਉਣ ਵਾਸਤੇ ਥੋੜਾ ਜਿਹਾ ਲੇਟ ਜਾਇਆ ਕਰੂਗਾ। ਉਧਰ ਵਿਰੋਧੀਆਂ ਨੇ ਵੀ ਜੈ ਕਿਸ਼ਨ ਸਿੰਘ ਰੋੜੀ ਨੂੰ ਮੁਬਾਰਕਬਾਦ ਦਿੱਤੀ ਤੇ ਸਰਬ ਸਾਂਝੀਵਾਲਤਾ ਦੀ ਗੱਲ ਕਰਨ ਦੀ ਅਪੀਲ ਵੀ ਕੀਤੀ। ਔਰ ਸੀਐਮ ਸਾਹਿਬ, ਮੈਂ ਤੁਹਾਨੂੰ ਵੀ ਬੇਨਤੀ ਕਰਨੀ ਚਾਹੁੰਦਾ ਸਪੀਕਰ ਸਾਹਿਬ ਰਾਹੀਂ, ਤੇ ਥੋੜੀ ਦੇਰ ਬਾਅਦ ਇਹਨਾਂ ਨੂੰ ਉਧਰ ਕੈਬਨਿਟ ਮੰਤਰੀ ਵੀ ਜ਼ਰੂਰ ਇੱਕ ਵਾਰੀ ਇਸ ਲਾਈਨ ਦੇ ਵਿੱਚ ਵੀ ਜ਼ਰੂਰ ਇਹਨਾਂ ਨੂੰ ਲਿਆਂਦਾ ਜਾਵੇ। ਸਪੀਕਰ ਸਾਹਿਬ ਤਾਂ ਸਾਡੇ ਮੁਸਕਰਾਉਂਦੇ ਰਹਿੰਦੇ ਨੇ, ਇਹਨਾਂ ਨੂੰ ਵੀ ਇੱਕ ਜੋਟੀਦਾਰ ਮਿਲ ਗਿਆ। ਅੱਜ ਜਿਸ ਪ੍ਰਕਾਰ ਦੀ ਚਰਚਾ ਹੋਈ ਹੈ, ਮਜ਼ਾ ਆ ਗਿਆ। ਬਸ ਦੱਸ ਦਈਏ ਕਿ ਗੜਸ਼ੰਕਰ ਤੋਂ ਦੂਜੀ ਵਾਰ ਜੈ ਕਿਸ਼ਨ ਸਿੰਘ ਰੋੜੀ ਆਮ ਆਦਮੀ ਪਾਰਟੀ ਦੇ ਟਿਕਟ ਦੇ ਉੱਤੇ ਵਿਧਾਨ ਸਭਾ ਪਹੁੰਚੇ ਨੇ। ਤਾਂ ਜਿਹੜੇ ਦੂਜੀ ਵਾਰ ਟਿਕਟ ਲੈਣ ਦੇ ਵਿੱਚ ਕਾਮਯਾਬ ਰਹੇ ਤੇ ਦੂਜੀ ਵਾਰ ਵਿਧਾਇਕ ਵੀ ਚੁਣੇ ਗਏ ਨੇ, ਉਹਨਾਂ ਦੇ ਵਿੱਚੋਂ ਇੱਕ ਨਾਮ ਹੈ ਜੈ ਕਿਸ਼ਨ ਸਿੰਘ ਰੋੜੀ ਦਾ, ਤੇ ਉਹ ਵਿਧਾਇਕ ਚੁਣੇ ਗਏ ਤੇ ਹੁਣ ਡਿਪਟੀ ਸਪੀਕਰ ਦਾ ਅਹੁਦਾ ਵੀ ਉਹਨਾਂ ਨੂੰ ਮਿਲ ਚੁੱਕਾ ਹੈ। ਤੇ ਅੱਜ ਦਾ ਸਾਡਾ ਸਵਾਲ ਉਸ ਦੀ ਹੁਣ ਵਾਰੀ ਹੈ। ਕੁਝ ਇਸ ਮੁੱਦੇ ਦੇ ਨਾਲ ਹੀ ਸਾਡਾ ਅੱਜ ਦਾ ਸਵਾਲ ਜੁੜਿਆ ਹੋਇਆ ਹੈ। ਡਿਪਟੀ ਸਪੀਕਰ, ਜੀ ਹਾਂ, ਪੰਜਾਬ ਵਿਧਾਨ ਸਭਾ ਦੇ ਪਹਿਲੇ ਡਿਪਟੀ ਸਪੀਕਰ ਕੌਣ ਸਨ? ਜਦੋਂ 1966 ਦੇ ਵਿੱਚ ਪੰਜਾਬ ਵੱਖ ਹੋਇਆ ਹਰਿਆਣਾ ਹਿਮਾਚਲ ਤੋਂ, ਤਾਂ ਉਸ ਤੋਂ ਬਾਅਦ ਪਹਿਲਾ ਡਿਪਟੀ ਸਪੀਕਰ ਕਿਸ ਨੂੰ ਬਣਾਇਆ ਗਿਆ ਸੀ? ਚਾਰ ਆਪਸ਼ਨ ਤੁਹਾਨੂੰ ਦੱਸ ਰਿਹਾ। ਨਿਰਮਲ ਸਿੰਘ ਕਾਲੋ, ਬਲਦੇਵ ਰਾਜ ਚਾਵਲਾ, ਅਜੈਤ ਸਿੰਘ ਭੱਟੀ ਜਾਂ ਫਿਰ ਡਾਕਟਰ ਜਗਜੀਤ ਸਿੰਘ ਚੌਹਾਨ। ਇਹ ਚਾਰਾਂ ਦੇ ਵਿੱਚੋਂ ਇੱਕ ਸਹੀ ਆਪਸ਼ਨ ਹੈ। ਇਸ ਸਵਾਲ ਦਾ ਜਵਾਬ ਅਸੀਂ ਤੁਹਾਨੂੰ ਪ੍ਰੋਗਰਾਮ ਦੇ ਆਖਿਰ ਦੇ ਵਿੱਚ ਦਵਾਂਗੇ ਪੂਰੀ ਜਾਣਕਾਰੀ ਨਾਲ। ਹੁਣ ਅੱਗੇ ਵਧਦੇ ਹਾਂ। ਵਿਧਾਨ ਸਭਾ ਦੇ ਵਿੱਚ ਮੁੱਦੇ ਬਹੁਤ ਸਾਰੇ ਗੁੰਜੇ। ਕੇਂਦਰ ਦੀ ਅਗਨੀਪਥ ਸਕੀਮ ਦਾ ਦੇਸ਼ ਭਰ ਦੇ ਵਿੱਚ ਵਿਰੋਧ ਹੋ ਰਿਹਾ, ਉੱਥੇ ਵਿਧਾਨ ਸਭਾ ਦੇ ਵਿੱਚ ਵੀ ਇਸ ਖਿਲਾਫ ਮਤਾ ਲਿਆਂਦਾ ਗਿਆ। ਤੇ ਇਸ ਮਤੇ ਨੂੰ ਸੀਐਮ ਮਾਨ ਨੇ ਪੇਸ਼ ਕੀਤਾ ਤੇ ਇਸ ਸਕੀਮ ਨੂੰ ਨੌਜਵਾਨਾਂ ਦੇ ਭਵਿੱਖ ਦੇ ਨਾਲ ਖਿਲਵਾੜ ਦੱਸਦਿਆਂ ਇਸ ਦਾ ਵਿਰੋਧ ਵੀ ਕੀਤਾ ਅਤੇ ਮੁੱਖ ਮੰਤਰੀ ਨੇ ਕਿਹਾ ਕਿ ਇਸ ਬਾਬਤ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰਾਂਗੇ ਤੇ ਇਸ ਸਕੀਮ ਨੇ ਨੌਜਵਾਨਾਂ ਦੇ ਸੁਪਨਿਆਂ ਨੂੰ ਤਹਿਸ-ਨਹਿਸ ਕੀਤਾ ਹੈ। ਇਸ ਸਕੀਮ ਨੇ ਪੰਜਾਬ ਦੇ ਨੌਜਵਾਨਾਂ ਨੂੰ, ਉਹਨਾਂ ਦੇ ਸੁਪਨਿਆਂ ਨੂੰ ਤਹਿਸ-ਨਹਿਸ ਕੀਤਾ। ਮੈਂ ਖੁਦ ਵੀ ਹੋਮ ਮਿਨਿਸਟਰ ਸਾਹਿਬ ਨਾਲ ਗੱਲ ਕਰੂੰਗਾ। ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਵੀ ਕੇਂਦਰ ਦੀ ਸਕੀਮ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਕੇਂਦਰ ਦੇਸ਼ ਦੀ ਸਭ ਤੋਂ ਸ਼ਾਹੀ ਨੌਕਰੀ ਨੂੰ ਖਤਮ ਕਰ ਰਹੀ ਹੈ। ਰੌਲਾ ਪਾਇਆ ਜਾ ਰਿਹਾ ਪੂਰੇ ਦੇਸ਼ ਦੇ ਵਿੱਚ ਕਿ ਅਗਨੀਪਥ ਇਜ਼ ਐਨ ਇੰਪਲੋਇਮੈਂਟ ਜਨਰੇਸ਼ਨ, ਕਿ ਨੌਕਰੀਆਂ ਮਿਲਣਗੀਆਂ, ਪਰ ਸੱਚ ਇਹ ਹੈ ਕਿ ਸਰ ਦੇਸ਼ ਦੀ ਸਭ ਤੋਂ ਸ਼ਾਨਦਾਰ ਨੌਕਰੀ ਖਤਮ ਕੀਤੀ ਜਾ ਰਹੀ ਹੈ। ਉਧਰ ਅਕਾਲੀ ਦਲ ਤੇ ਕਾਂਗਰਸ ਨੇ ਵੀ ਇਸ ਸਕੀਮ ਦਾ ਵਿਰੋਧ ਕੀਤਾ। ਜਿਹੜੇ ਰਿਟਾਇਰ ਹੋ ਚੁੱਕੇ, ਕਦੀ ਉਹਨਾਂ ਦਾ ਪੁੱਛੋ, ਉਹਨਾਂ ਦੇ ਬਿਆਨ ਲਓ ਕਿ ਉਹ ਕੀ ਕਹਿੰਦੇ। ਉਹ ਕਹਿੰਦੇ ਬਿਲਕੁਲ ਸਾਡਾ ਸਾਰਾ ਸਿਸਟਮ ਤਬਾਹ ਕਰਕੇ ਰੱਖਦੇ। ਅਗਨੀਪਥ ਯੋਜਨਾ ਦਾ ਦੇਸ਼ ਭਰ ਦੇ ਵਿੱਚ ਵਿਰੋਧ ਹੋਇਆ ਹੈ। ਉੱਥੇ ਕੁਝ ਲੋਕ ਇਸ ਸਕੀਮ ਦੇ ਹੱਕ ਦੇ ਵਿੱਚ ਵੀ ਨਜ਼ਰ ਆਏ ਨੇ। ਜੀ ਹਾਂ, ਕਿਉਂਕਿ ਅਰਜ਼ੀਆਂ ਬਹੁਤ ਸਾਰੇ ਨੌਜਵਾਨਾਂ ਦੇ ਵੱਲੋਂ ਲਗਾ ਦਿੱਤੀਆਂ ਗਈਆਂ। ਇਨਫੈਕਟ ਇਹ ਤਾਂ ਜਾਣਕਾਰੀ ਆ ਰਹੀ ਹੈ ਕਿ 에ਅਰਪੋਰਟ ਦੇ ਵਿੱਚ ਜਦੋਂ ਅਗਨੀਵੀਰ ਦੇ ਲਈ ਪੋਸਟਾਂ ਕੱਢੀਆਂ ਗਈਆਂ ਤਾਂ ਉੱਥੇ ਕਰੀਬ 60,000 ਨੌਜਵਾਨਾਂ ਨੇ ਅਰਜ਼ੀ ਯਾਨੀ ਕਿ ਆਵੇਦਨ ਵੀ ਕੀਤਾ। ਉਹਦਾ ਸੀਐਮ ਨੇ ਅਗਨੀਪਥ ਸਕੀਮ ਦੇ ਵਿਰੁੱਧ ਵਿਧਾਨ ਸਭਾ ਦੇ ਵਿੱਚ ਮਤਾ ਪੇਸ਼ ਕੀਤਾ ਤਾਂ ਬੀਜੇਪੀ ਨੇ ਇਸ ਦਾ ਵਿਰੋਧ ਕੀਤਾ।
ਫੌਜ ਤੇ ਸਿਆਸਤ ਨਾ ਕਰਨ ਦੇ ਲਈ ਕਿਹਾ ਗਿਆ ਤੇ ਕਿਹਾ ਕਿ ਇਸ ਸਕੀਮ ਦੇ ਜ਼ਰੀਏ ਨੌਜਵਾਨਾਂ ਦੇ ਅਧਿਕਾਰ ਖੋਏ ਨਹੀਂ ਜਾ ਰਹੇ, ਸਗੋਂ ਕੁਆਲਿਟੀ ਪੈਦਾ ਕੀਤੀ ਜਾ ਰਹੀ ਹੈ। ਨਾਲ ਬੀਜੇਪੀ ਨੇ ਕਿਹਾ ਕਿ ਇਹ 4 ਸਾਲ ਦੀ ਨੌਕਰੀ ਨਹੀਂ ਬਲਕਿ ਟ੍ਰੇਨਿੰਗ ਹੈ। ਫੌਜ ਨੂੰ ਸਮਝਣ ਵਾਲੇ ਜਿਹੜੇ ਡਿਫੈਂਸ ਦੇ ਅਧਿਕਾਰੀ ਨੇ ਜਿਨ੍ਹਾਂ ਨੇ 10-15 ਸਾਲ ਲਗਾ ਕੇ ਇਹ ਸਕੀਮ ਬਣਾਈ ਆ, ਅਸੀਂ ਉਹਨਾਂ ਤੋਂ ਬੁੱਧੀਮਾਨ ਤੇ ਨਹੀਂ ਹੋ ਸਕਦੇ। ਉਹਨ 4 ਸਾਲ ਟ੍ਰੇਨਿੰਗ ਲੈਣੀ ਆ ਕਿ ਕਿਸੇ ਦੇਸ਼ 'ਚ 2 ਸਾਲ ਹੈ, ਕਿਸੇ 3 ਸਾਲ ਹੈ। ਤੁਸੀਂ ਇਹਨੂੰ ਸਰਵਿਸ ਕਿਉਂ ਗਿਣ ਰਹੇ ਹੋ? ਉਦੋਂ ਕੌਣ ਕਹਿ ਰਿਹਾ ਕਿ ਉਹ ਨੌਕਰੀ ਹੈ? ਉਧਰ ਇੱਕ ਪਾਸੇ ਬੀਜੇਪੀ ਸ਼ਿਫਤਾਂ ਗਣਾ ਰਹੀ ਹੈ ਤਾਂ ਸੀਐਮ ਨੇ ਸਵਾਲ ਕੀਤਾ ਕਿ ਮੋਰਚੇ ਤੇ ਕਿਤਾਬਾਂ ਲੈ ਕੇ ਬੈਠਣਗੇ ਫੌਜੀ, ਕਿਰਾਏ ਤੇ ਫੌਜ ਮੋਰਚਾ ਲੜ ਸਕੇਗੀ। ਨਾਲ ਹੀ ਸੀਐਮ ਨੇ ਕਿਹਾ ਕਿ ਬੀਜੇਪੀ ਆਗੂ ਪਹਿਲਾਂ ਆਪਣੇ ਬੱਚਿਆਂ ਨੂੰ ਅਗਨੀਵੀਰ ਬਣਾਉਣ। ਬੀਜੇਪੀ ਵਾਲੇ ਆਪਣੇ ਆਪਣੇ ਮੁੰਡਿਆਂ ਨੂੰ ਭੇਜ ਕੇ ਦੇਖ ਲੈਣ, ਅਗਨੀਵੀਰ ਬਣਾ ਕੇ ਦੇਖ ਲਓ। ਆਪਣੇ ਆਪਣੇ ਮੁੰਡਿਆਂ ਨੂੰ ਅਗਨੀਵੀਰ ਬਣਾਓ ਪਹਿਲਾਂ, ਉਹ ਤੋਂ ਬਾਅਦ ਜੋ ਮਰਜ਼ੀ ਕਰ ਲੈਣ। ਕਿਹੜੀ ਗੱਲ ਹੈ? ਤਾਂ ਬੀਜੇਪੀ ਦੇ ਵੱਲੋਂ ਕਿਹਾ ਜਾ ਰਿਹਾ ਕਿ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਮਤੇ ਦਾ ਵਿਰੋਧ ਬੀਜੇਪੀ ਦੇ ਵੱਲੋਂ ਵਿਧਾਨ ਸਭਾ ਦੇ ਵਿੱਚ ਵੀ ਕੀਤਾ ਗਿਆ। ਜਿਹੜੇ ਵਿਧਾਇਕ ਪੰਜਾਬ ਵਿਧਾਨ ਸਭਾ ਦੇ ਵਿੱਚ ਬੀਜੇਪੀ ਦੇ ਨੇ, ਖੈਰ ਹੁਣ ਉਹ ਨੌਜਵਾਨਾਂ ਨੂੰ ਨੌਕਰੀ ਮਿਲਦੀ ਹੈ ਜਾਂ ਫਿਰ ਇਸ ਦਾ ਕੀ ਅਸਰ ਉਹਨਾਂ ਦੇ ਉੱਤੇ ਦੇਖਣ ਨੂੰ ਮਿਲ ਸਕਦਾ ਹੈ, ਪਰ ਇਸ ਪੂਰੇ ਮੁੱਦੇ ਉੱਤੇ ਸਿਆਸਤ ਜ਼ਰੂਰ ਹੁੰਦੀ ਹੋਈ ਨਜ਼ਰ ਆ ਰਹੀ ਹੈ। ਹੁਣ ਉਹ ਕਰਦੇ ਹਾਂ ਪੰਜਾਬ ਯੂਨੀਵਰਸਿਟੀ ਦਾ। ਵਿਧਾਨ ਸਭਾ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਕੇਂਦਰੀਕਰਨ ਨੂੰ ਲੈ ਕੇ ਵੀ ਮਤਾ ਪਾਸ ਕੀਤਾ ਗਿਆ। ਸਿੱਖਿਆ ਮੰਤਰੀ ਮੀਤ ਹੇਅਰ ਨੇ ਮਤਾ ਪੇਸ਼ ਕਰਦਿਆਂ ਕਿਹਾ ਕਿ ਪੀਯੂ ਪੰਜਾਬ ਦੀ ਵਿਰਾਸਤ ਹੈ, ਕਿਸੇ ਵੀ ਹਾਲ ਦੇ ਵਿੱਚ ਪੀਯੂ ਦਾ ਕੇਂਦਰੀਕਰਨ ਨਹੀਂ ਹੋਣ ਦਿੱਤਾ ਜਾਵੇਗਾ ਤੇ ਯੂਨੀਵਰਸਿਟੀ ਤੇ ਚੰਡੀਗੜ੍ਹ ਤੇ ਪੰਜਾਬ ਦਾ ਹੱਕ ਹੈ। ਅਸੀਂ ਇਹ ਮਤਾ ਪੇਸ਼ ਕਰ ਰਹੇ ਹਾਂ, ਕੋਈ ਅਸੀਂ ਸੈਂਟਰ ਤੋਂ ਭੀਖ ਨਹੀਂ ਮੰਗ ਰਹੇ। ਪੰਜਾਬ ਯੂਨੀਵਰਸਿਟੀ ਸਾਡੀ ਹੈ, ਸਾਡਾ ਇੱਥੇ ਹੱਕ ਹੈ। ਯੂਨੀਵਰਸਿਟੀ ਤੇ ਵੀ, ਚੰਡੀਗੜ੍ਹ ਤੇ ਵੀ, ਪੰਜਾਬ ਦੇ ਪਾਣੀ ਤੇ ਵੀ ਤੇ ਪੰਜਾਬੀ ਬੋਰਡ ਦੇ ਇਲਾਕਿਆਂ ਤੇ। ਉਧਰ ਬੀਜੇਪੀ ਨੇ ਇਸ ਮਤੇ ਦਾ ਵਿਰੋਧ ਕੀਤਾ ਤੇ ਕਿਹਾ ਕਿ ਇਹ ਮਤਾ ਪੰਜਾਬ ਦੀ ਆਵਾਮ ਨੂੰ ਗੁੰਮਰਾਹ ਕਰਨ ਦੇ ਲਈ ਲਿਆਂਦਾ ਗਿਆ ਹੈ। ਯੂਨੀਵਰਸਿਟੀ ਪੰਜਾਬ ਦੀ ਸੀ ਅਤੇ ਹਮੇਸ਼ਾ ਰਹੇਗੀ। ਇਹ ਪੰਜਾਬ ਯੂਨੀਵਰਸਿਟੀ ਸਾਡੀ ਹੈ, ਸਾਡੀ ਰਹੇਗੀ। ਅਸੀਂ ਵੀ ਪੰਜਾਬ ਨਾਲ ਉਨਾ ਹੀ ਪਿਆਰ ਕਰਦੇ ਹਾਂ, ਇਸ ਮਿੱਟੀ ਨਾਲ, ਜਿੰਨਾ ਤੁਸੀਂ ਕਰਦੇ ਹੋ ਜਾਂ ਜਿੰਨਾ ਬਾਕੀ ਕਰਦੇ ਨੇ। ਸਾਡੇ ਪਿਆਰ ਦੇ ਉੱਤੇ, ਸਾਡੀ ਪੰਜਾਬੀਅਤ ਦੇ ਉੱਤੇ ਸ਼ੱਕ ਕਰਨਾ ਬੰਦ ਕਰੋ। ਉੱਪਰ ਵਾਲੇ ਵੀ ਤੁਹਾਡੇ ਨਾਲ ਉਨਾ ਹੀ ਪਿਆਰ ਕਰਦੇ ਆ। ਯੂਨੀਵਰਸਿਟੀ ਦੇ ਕੇਂਦਰੀਕਰਨ ਨੂੰ ਲੈ ਕੇ ਨੌਜਵਾਨਾਂ ਦੇ ਵੱਲੋਂ ਵੀ ਵਿਰੋਧ ਕੀਤਾ ਜਾ ਰਿਹਾ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਕਈ ਵੱਡੇ ਲੋਕ ਪੜ੍ਹੇ ਨੇ ਜਿਨ੍ਹਾਂ ਨੇ ਦੇਸ਼ ਦੀ ਸੱਤਾ ਨੂੰ ਸੰਭਾਲਿਆ ਤੇ ਹੁਣ ਸਵਾਲ ਇਹ ਹੈ ਕਿ ਇਸ ਦੇ ਕੇਂਦਰੀਕਰਨ ਦੀ ਜੇਕਰ ਆਵਾਜ਼ ਉੱਠ ਰਹੀ ਹੈ, ਬੀਜੇਪੀ ਹਾਲਾਂਕਿ ਕਹਿ ਰਹੀ ਹੈ ਕਿ ਪੰਜਾਬ ਦੀ ਯੂਨੀਵਰਸਿਟੀ ਹੈ ਤੇ ਰਹੇਗੀ, ਪਰ ਜੇ ਵਿਰੋਧ ਹੋ ਰਿਹਾ ਤਾਂ ਆਖਿਰ ਕਿਉਂ ਹੋ ਰਿਹਾ ਹੈ? ਕਿਉਂਕਿ ਵਿਰੋਧ ਹੋਣ ਦੇ ਨਾਲ ਫਰਕ ਤਾਂ ਪੈਂਦਾ ਹੈ। ਉਧਰ ਵਿਧਾਨ ਸਭਾ ਦੇ ਬਜਟ ਇਜਲਾਸ ਦਾ ਆਖਰੀ ਦਿਨ ਸੀ ਤੇ ਵਿਧਾਨ ਸਭਾ ਦੇ ਬਾਹਰ ਸਰਕਾਰ ਤੇ ਵਿਰੋਧੀ ਧਿਰ ਦੇ ਵਿੱਚ ਵਿਧਾਇਕ ਮੂੰਗੀ ਦੀ ਖਰੀਦ ਨੂੰ ਲੈ ਕੇ ਇੱਕ ਦੂਜੇ ਦੇ ਉੱਤੇ ਵਰਦੇ ਨਜ਼ਰ ਆਏ ਤੇ ਵਿਰੋਧੀਆਂ ਨੇ ਸਵਾਲ ਕੀਤਾ ਕਿ ਮੂੰਗੀ ਦੀ ਸਰਕਾਰੀ ਖਰੀਦ ਇੱਕ ਜੁਮਲਾ ਹੈ। 83% ਤੋਂ ਜ਼ਿਆਦਾ ਮੂੰਗੀ MSP ਤੋਂ ਹੇਠਾਂ ਖਰੀਦੀ ਗਈ। ਕਾਂਗਰਸ ਨੇ ਇਲਜ਼ਾਮ ਲਗਾਇਆ ਕਿ ਇਹ ਸਾਰੀ ਮੂੰਗੀ ਨਿੱਜੀ ਪਲੇਅਰਸ ਨੇ ਖਰੀਦੀ ਹੈ। ਅਪਰੋਕਸੀਮੇਟਲੀ 1,10,000 ਕੁਇੰਟਲ ਜਿਹੜੀ ਆ ਉਹ ਬਿਲੋ MSP ਔਰ ਉਹ ਵੀ ਆਲਮੋਸਟ 30-35% ਬਿਲੋ, ਕਿਉਂਕਿ 7275 ਰੁਪਏ ਦੀ ਕੀਮਤ ਆ ਤੇ ਲਗਭਗ 5500 ਦੇ ਆਲੇ ਦੁਆਲੇ 1500 ਬਿਲੋ MSP ਜਿਹੜੀ ਚੱਕੀ ਗਈ ਆ। ਔਰ ਕਾਂਗਰਸ ਨੇ MSP ਤੋਂ ਘੱਟ ਮੂੰਗੀ ਵਿਕਣ ਦੇ ਇਲਜ਼ਾਮ ਲਗਾਏ ਨੇ ਤਾਂ ਬੀਜੇਪੀ ਨੇ MSP ਤੋਂ ਘੱਟ ਰੇਟਾਂ ਤੇ ਮੂੰਗੀ ਵੇਚਣ ਵਾਲੇ ਕਿਸਾਨਾਂ ਦੇ ਲਈ ਮੁਆਵਜ਼ਾ ਮੰਗਿਆ। ਔਰ ਸਾਡੀ ਮੰਗ ਹੈ, ਅੱਜ ਸਰਕਾਰ ਕੋ ਮੰਗ ਕੀਤੀ ਅਸੀਂ ਕਹਾਂ ਵੀ ਜਿਨ੍ਹਾਂ ਲੋਕਾਂ ਕੋਲੋਂ ਘੱਟ ਰੇਟ ਤੇ 25-30% ਤੇ ਜਾਂ ਹੋਰ ਘੱਟ ਰੇਟ ਤੇ ਜਿਹੜੀ ਮੂੰਗੀ ਚੱਕੀ ਗਈ ਆ ਉਹਨਾਂ ਦਾ ਮੁਆਵਜ਼ਾ ਉਹਨਾਂ ਕਿਸਾਨਾਂ ਨੂੰ ਪੂਰਾ ਦਿੱਤਾ ਜਾਏ। ਵਿਰੋਧੀ ਸਰਕਾਰ ਨੂੰ ਘੇਰ ਰਹੇ ਨੇ ਤਾਂ ਸਰਕਾਰ ਨੇ ਟਰੂਟੀ ਦੀ ਗੱਲ ਤਾਂ ਕਬੂਲੀ, ਪਰ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਪਹਿਲੀ ਦਫਾ ਹੋਇਆ ਕਿ ਜਦੋਂ ਮੂੰਗੀ ਤੇ MSP ਮਿਲੀ ਹੋਵੇ ਤੇ ਵਿਰੋਧੀਆਂ ਤੇ ਪਲਟਵਾਰ ਵੀ ਕੀਤੇ ਗਏ। ਹਮੇਸ਼ਾ ਹੀ ਰਾਜਨੀਤਿਕ ਮਾਰ ਪਈ ਹੈ। ਕਈ ਥਾਵਾਂ ਤੇ ਪ੍ਰੋਬਲਮ ਆ ਗਈ ਕਿਉਂਕਿ ਇਹ ਕਿਸਾਨਾਂ ਨੇ ਵੀ ਲੰਬੇ ਸਮੇਂ ਬਾਅਦ ਇੰਨੀ ਵੱਡੀ ਪੱਧਰ ਤੇ ਮੂੰਗੀ ਬੀਜੀ ਸੀ ਔਰ ਅਸੀਂ ਵੀ ਫਸਟ ਟਾਈਮ ਚੱਕਣੀ ਹੈ। ਕਿਤੇ ਨਾ ਕਿਤੇ ਬਾਈ ਚਾਂਸ ਜ਼ਰੂਰ ਪ੍ਰੋਬਲਮ ਆ ਗਈ ਹੋਣੀ ਹੈ। ਜਿੱਥੇ ਕੋਈ ਪ੍ਰੋਬਲਮ ਆਈ ਆ ਉਹ ਅਸੀਂ ਬਕਾਇਦਾ ਚੈੱਕ ਕਰਵਾਵਾਂਗੇ। ਸਰਕਾਰ ਦੇ ਵੱਲੋਂ ਮੂੰਗੀ ਦਾ ਘੱਟੋ-ਘੱਟ ਸਮਰਥਨ ਮੁੱਲ 7275 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਗਿਆ ਸੀ, ਪਰ ਵਿਰੋਧੀ ਇਸ ਸਮਰਥਨ ਮੁੱਲ ਨੂੰ ਲੈ ਕੇ ਸਰਕਾਰ ਨੂੰ ਘੇਰ ਰਹੇ ਨੇ। ਖੈਰ ਮੂੰਗੀ ਦੇ ਉੱਤੇ ਵੀ ਬਵਾਲ ਤਾਂ ਇਸ ਸਮੇਂ ਜਾਰੀ ਹੈ, ਪਰ ਜਦੋਂ ਕਿਸਾਨਾਂ ਨੂੰ ਕਿਹਾ ਗਿਆ ਹੋਵੇ ਕਿ ਤੁਹਾਡੀ ਮੂੰਗੀ ਦੀ ਫਸਲ MSP ਤੇ ਖਰੀਦੀ ਜਾਏਗੀ ਤੇ ਉਹਨਾਂ ਨੂੰ ਫਸਲ MSP ਯਾਨੀ 7275 ਰੁਪਏ ਤੋਂ ਘੱਟ ਰੇਟ ਦੇ ਉੱਤੇ ਵੇਚਣੀ ਪਵੇ, ਫਿਰ ਫਰਕ ਤਾਂ ਪੈਂਦਾ ਹੈ। ਤਾਂ ਇੱਕ ਪਾਸੇ ਤਾਂ ਵਿਰੋਧੀ ਸਰਕਾਰ ਨੂੰ ਘੇਰ ਰਹੇ ਨੇ ਤੇ ਸਰਕਾਰ ਵਿਰੋਧੀਆਂ ਤੇ ਹਮਲੇ ਬੋਲ ਰਹੀ ਹੈ, ਪਰ ਸਰਕਾਰੀ ਅੰਕੜੇ ਕੁਝ ਹੋਰ ਹੀ ਬਿਆਨ ਕਰਦੇ ਨੇ। ਮੰਡੀ ਬੋਰਡ ਦੇ ਤਾਜ਼ਾ ਅੰਕੜਿਆਂ ਦੇ ਮੁਤਾਬਕ 30 ਜੂਨ ਤੱਕ ਕੁੱਲ 1,40,986 ਕੁਇੰਟਲ ਮੂੰਗੀ ਦੀ ਖਰੀਦ ਕੀਤੀ ਗਈ, ਜਿਸ ਦੇ ਵਿੱਚੋਂ 14,532 ਕੁਇੰਟਲ ਮੂੰਗੀ ਦੀ ਸਰਕਾਰੀ ਖਰੀਦ ਹੋਈ ਤੇ 1,26,455 ਕੁਇੰਟਲ ਨਿੱਜੀ ਵਪਾਰੀਆਂ ਦੇ ਵੱਲੋਂ ਖਰੀਦੀ ਗਈ।
ਵੱਡੀ ਗੱਲ ਇਹ ਰਹੀ ਕਿ ਇਸ ਖਰੀਦ ਦੇ ਵਿੱਚੋਂ 1,18,000 ਕੁਇੰਟਲ ਮੂੰਗੀ ਸਰਕਾਰੀ ਤੈਅ ਕੀਤੇ ਗਏ ਰੇਟ ਯਾਨੀ MSP ਤੋਂ ਘੱਟ ਰੇਟ ਤੇ ਖਰੀਦੀ ਗਈ। ਦੱਸ ਦਈਏ ਕਿ ਪੰਜਾਬ ਸਰਕਾਰ ਦੇ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਦੇ ਲਈ ਉਤਸ਼ਾਹਿਤ ਕਰਨ ਤੇ ਲੋਕਾਂ ਨੂੰ ਝੋਨੇ ਤੋਂ ਪਹਿਲਾਂ ਮੂੰਗੀ ਬੀਜਣ ਦੀ ਸਲਾਹ ਦਿੱਤੀ ਗਈ ਸੀ ਤੇ MSP ਦੇ ਉੱਤੇ ਖਰੀਦ ਦਾ ਦਾਅਵਾ ਵੀ ਕੀਤਾ ਗਿਆ ਸੀ। ਪਰ ਸਵਾਲ ਇਹ ਹੈ ਕਿ ਉਤਸ਼ਾਹ ਮੁਤਾਬਕ ਮੂੰਗੀ ਦੀ ਸਰਕਾਰੀ ਖਰੀਦ ਕਿਉਂ ਨਹੀਂ ਹੋ ਰਹੀ। ਖੈਰ ਕਿਸਾਨ ਇਹ ਸਵਾਲ ਜ਼ਰੂਰ ਪੁੱਛ ਰਹੇ ਨੇ ਕਿ ਜੋ ਹੁਣ ਅਸੀਂ ਮੂੰਗੀ ਲੈ ਕੇ ਪਹੁੰਚਾਂਗੇ ਮੰਡੀਆਂ ਦੇ ਵਿੱਚ, ਸਾਡੀ ਮੂੰਗੀ ਖਰੀਦੀ ਕਿਸ ਰੇਟ ਦੇ ਉੱਤੇ ਜਾਏਗੀ? ਇਸ ਨੂੰ ਸਰਕਾਰ ਖਰੀਦੇਗੀ ਜਾਂ ਪ੍ਰਾਈਵੇਟ ਪਲੇਅਰ? ਇਹ 7275 ਤੇ ਖਰੀਦੀ ਜਾਏਗੀ ਜਾਂ ਉਸ ਤੋਂ ਘੱਟ? ਉਮੀਦ ਕਰਦੇ ਹਾਂ ਕਿ ਉਹਨਾਂ ਨੂੰ ਜਵਾਬ ਜ਼ਰੂਰ ਮਿਲੇਗਾ ਔਰ 7275 ਵਾਲਾ ਹੀ ਜਵਾਬ ਮਿਲੇਗਾ। ਉਧਰ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਆਖਰੀ ਦਿਨ ਕੁੰਵਰ ਵਿਜੇ ਪ੍ਰਤਾਪ ਨੇ ਬੇਅਦਬੀ ਦਾ ਮੁੱਦਾ ਵੀ ਚੁੱਕਿਆ। ਕੁੰਵਰ ਵਿਜੇ ਪ੍ਰਤਾਪ ਨੇ ਕਿਹਾ ਕਿ ਬੇਅਦਬੀ ਦੇ ਮਾਮਲੇ ਵਿੱਚ ਮੈਂ ਕਾਲ ਅਟੈਂਸ਼ਨ ਨੋਟਿਸ ਮੂਵ ਕੀਤਾ ਸੀ ਤੇ ਇਸ ਮੁੱਦੇ ਤੇ ਚਰਚਾ ਕਰਨ ਦੇ ਲਈ ਸਮਾਂ ਦੇਣ ਦੀ ਅਪੀਲ ਵੀ ਕੀਤੀ। ਬੇਅਦਬੀ ਦੇ ਬਾਰੇ ਮੈਂ ਕਾਲ ਅਟੈਂਸ਼ਨ ਨੋਟਿਸ ਵੀ ਮੂਵ ਕੀਤੀ ਸੀ, ਕਿਸੇ ਕਾਰਨ ਬਸ ਟੇਕਅਪ नहीं हो पा रहा है। मेरी बेनती है मानयोग स्पीकर साहब कि सदन आज तक चलना है, कोई भी 30 मिनट इस वास्ते रख लिया जाए। उधर कांग्रेस ने भी कुंवर विजय की मंग का समर्थन करदियां कहा कि ਅਸੀਂ ਵੀ ਚਾਹੁੰਦੇ ਹਾਂ ਕਿ ਬੇਅਦਬੀ ਦੇ ਮੁੱਦੇ ਉੱਤੇ ਚਰਚਾ ਹੋਵੇ। ਕੁੰਵਰ ਵਿਜੇ ਪ੍ਰਤਾਪ ਸਾਬਕਾ IPS ਅਫਸਰ ਨੇ ਗੋਲੀकांड ਮਾਮਲੇ ਦੀ ਜਾਂਚ ਕਰ ਰਹੀ SIT ਦੇ ਮੈਂਬਰ ਵੀ ਰਹਿ ਚੁੱਕੇ ਨੇ ਤੇ SIT ਦੇ ਮੈਂਬਰ ਵੀ ਰਹਿ ਚੁੱਕੇ ਨੇ। ਪਰ ਇਸ ਸਭ ਦੇ ਵਿਚਾਲੇ ਬੇਅਦਬੀ ਦਾ ਮੁੱਦਾ ਇੱਕ ਵਾਰ ਫਿਰ ਤੋਂ ਗੂੰਜਿਆ ਹੈ ਤਾਂ ਬੇਅਦਬੀ ਦੇ ਉੱਤੇ ਇਨਸਾਫ ਦਾ ਇੰਤਜ਼ਾਰ ਜਿਹੜੇ ਸਿੱਖ ਜਥੇਬੰਦੀਆਂ ਨੇ ਉਹ ਵੀ ਕਰ ਰਹੀਆਂ ਨੇ। ਹੁਣ ਅੱਗੇ ਵਧਦੇ ਹਾਂ ਤੇ ਅੱਗੇ ਤੁਹਾਨੂੰ ਦਿਖਾਵਾਂਗੇ ਇੱਕ ਬਜ਼ੁਰਗ ਦੇ ਉੱਤੇ ਤਲਵਾਰ ਦੇ ਨਾਲ ਹਮਲਾ ਕਰ ਦਿੱਤਾ ਗਿਆ। ਇਹ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਉਸ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਕਿੱਥੋਂ ਦੀ ਘਟਨਾ ਹੈ, ਕਿਉਂ ਇਸ ਬਜ਼ੁਰਗ ਦੇ ਉੱਤੇ ਬਾਬੇ ਦੇ ਉੱਤੇ ਹਮਲਾ ਕਰ ਦਿੱਤਾ ਗਿਆ, ਅੱਗੇ ਤੁਹਾਨੂੰ ਦੱਸਾਂਗੇ ਕਿ ਇਹ ਦਿਲ ਦਹਿਲਾਉਣ ਵਾਲੀਆਂ ਤਸਵੀਰਾਂ ਕਿੱਥੋਂ ਸਾਹਮਣੇ ਆਈਆਂ ਨੇ। ਪਰ ਇਸ ਸਭ ਦੇ ਵਿਚਾਲੇ ਅਗਲੀ ਖਬਰ ਦਾ ਰੁਖ ਕਰਦੇ ਹਾਂ। ਇਹ ਖਬਰ ਤੇ ਕੁਝ ਹੀ ਪਲਾਂ ਦੇ ਵਿੱਚ ਤੁਹਾਨੂੰ ਦਿਖਾਵਾਂਗੇ। ਖਬਰ ਹੈ ਮੋਗਾ ਤੋਂ, ਜਿਹੜੀ ਹੁਣ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ। ਮੋਗਾ ਦੇ ਵਿੱਚ ਇੱਕ RTI ਐਕਟਿਵਿਸਟ ਸੁਰੇਸ਼ ਸੂਦ ਨੂੰ ਬਲੈਕਮੇਲ ਕਰਨ ਦੇ ਇਲਜ਼ਾਮ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ। RTI ਐਕਟਿਵਿਸਟ ਸੁਰੇਸ਼ ਸੂਦ ਦਾ ਇੱਕ ਨਿਗਮ ਮੁਲਾਜ਼ਮ ਤੋਂ 20,000 ਰੁਪਏ ਲੈਣ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਦੇ ਵਿੱਚ ਉਹ ਕਾਰ 'ਚ ਬੈਠੇ ਨਜ਼ਰ ਆ ਰਹੇ ਨੇ ਅਤੇ ਕਹਿੰਦੇ ਸੁਣਾਈ ਦੇ ਰਹੇ ਨੇ ਕਿ 30,000 ਦੇ ਵਿੱਚ ਡੀਲ ਹੋਈ ਤਾਂ 20,000 ਕਿਉਂ? ਹਾਲਾਂਕਿ ਇਸ ਤੋਂ ਪਹਿਲਾਂ ਸੁਰੇਸ਼ ਸੂਦ 20,000 ਦੀ ਨਕਦੀ ਨੂੰ ਆਪਣੀ ਜੇਬ ਦੇ ਵਿੱਚ ਵੀ ਪਾ ਲੈਂਦੇ ਨੇ। ਹਾਲਾਂਕਿ ਸੁਰੇਸ਼ ਸੂਦ ਉਹਨਾਂ ਨੂੰ ਫਸਾਉਣ ਦਾ ਇਲਜ਼ਾਮ ਲਗਾ ਰਹੇ ਨੇ। ਨਾ ਦੇ ਸਕੇ ਇਸ ਕਰਕੇ ਦਬਾਅ ਬਣਾਇਆ। ਅੱਗੇ ਵੀ ਮੇਰੇ ਤੇ ਝੂਠੇ ਇਹਨਾਂ ਨੇ 182 ਦਾ ਪਰਚਾ ਬਣਾਇਆ ਸੀਗਾ। ਇਸੇ ਤਰ੍ਹਾਂ ਹੀ ਇੱਕ ਮੇਰੇ ਤੇ ਇਹਨਾਂ ਨੂੰ ਦਫ਼ਤਰ ਦੇ ਵਿੱਚ ਕਿਡਨੈਪ ਕੀਤਾ ਮੈਨੂੰ ਇਹਨਾਂ ਨੇ ਹੈਗਾ। ਇਸੇ ਤਰ੍ਹਾਂ ਹੀ ਮੁੜ ਕੇ ਝੂਠਾ SC ਦਾ ਪਰਚਾ ਦਰਜ ਕਰਾਇਆ ਮੇਰੇ ਤੇ। ਉਧਰ ਪੈਸੇ ਦੇਣ ਵਾਲਾ ਨਿਗਮ ਮੁਲਾਜ਼ਮ ਨੇ ਦੱਸਿਆ ਕਿ ਉਸ ਤੋਂ ਤਕਰੀਬਨ 1 ਸਾਲ ਤੋਂ ਦਬਾਅ ਬਣਾ ਕੇ RTI ਐਕਟਿਵਿਸਟ ਸੁਰੇਸ਼ ਸੂਦ ਪੈਸੇ ਲੈ ਰਿਹਾ ਸੀ ਤੇ ਹਰ ਆਫੀਸਰ ਦੀ ਇਹ ਕੰਪਲੇਂਟ ਪਾਉਂਦਾ ਸੀ ਤਾਂ ਕਿ ਆਪਣੀ ਮਰਜ਼ੀ ਨਾਲ ਉਹਨੂੰ ਮੈਨੂਪਲੇਟ ਕਰਕੇ ਜਾਂ ਤਾਂ ਆਪਣਾ ਕੋਈ ਕੰਮ ਕਢਾ ਲੇ ਤੇ ਜਾਂ ਉਹਦੇ ਤੋਂ ਪੈਸੇ ਲੈ ਸਕੇ। ਫਿਲਹਾਲ ਸੁਰੇਸ਼ ਸੂਦ ਪੁਲਿਸ ਦੀ ਗਿਰਫਤ ਦੇ ਵਿੱਚ ਹੈ ਤੇ ਆਪਣੇ ਉੱਤੇ ਲੱਗੇ ਇਲਜ਼ਾਮਾਂ ਨੂੰ ਗਲਤ ਦੱਸ ਰਿਹਾ ਹੈ, ਪਰ ਸੱਚ ਤਾਂ ਜਾਂਚ ਤੋਂ ਬਾਅਦ ਹੀ ਸਾਹਮਣੇ ਆ ਸਕੇਗਾ। ਜੀ ਬਿਲਕੁਲ, RTI ਐਕਟਿਵਿਸਟ ਦੇ ਉੱਤੇ ਜਿਸ ਤਰੀਕੇ ਦੇ ਇਲਜ਼ਾਮ ਲੱਗ ਰਹੇ ਨੇ ਉਹ ਜ਼ਰੂਰ ਸਵਾਲ ਚੁੱਕਦੇ ਨੇ ਕਿ ਆਖਿਰ RTI ਦਾ ਇਸਤੇਮਾਲ ਕਿਸੇ ਨੂੰ ਬਲੈਕਮੇਲ ਕਰਨ ਦੇ ਲਈ ਵੀ ਕੀਤਾ ਜਾ ਰਿਹਾ ਸੀ। ਹੁਣ ਅਗਲੀ ਖਬਰ ਦਾ ਰੁਖ ਕਰਦੇ ਹਾਂ। ਸਿੱਧੂ ਮੂਸੇਵਾਲਾ ਦੇ ਕਰੀਬੀ ਸ਼ਗਨਪ੍ਰੀਤ ਨੇ ਬੀਤੇ ਦਿਨ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਖਲ ਕੀਤੀ ਸੀ, ਜਿਸ ਦੇ ਉੱਤੇ ਹਾਈ ਕੋਰਟ 'ਚ ਸੁਣਵਾਈ। ਪਰ ਸੁਣਵਾਈ ਦੌਰਾਨ ਸ਼ਗਨਪ੍ਰੀਤ ਨੂੰ ਫੌਰੀ ਰਾਹਤ ਤਾਂ ਨਹੀਂ ਮਿਲੀ ਤੇ ਹਾਈ ਕੋਰਟ ਨੇ ਵਿੱਕੀ ਮਿੱਡੂ ਖੇੜਾ ਕਤਲ ਕੇਸ ਦੀ ਸਟੇਟਸ ਰਿਪੋਰਟ ਮੰਗੀ ਤੇ ਇਸ ਮਾਮਲੇ 'ਚ ਹੁਣ ਅਗਲੀ ਸੁਣਵਾਈ 4 ਜੁਲਾਈ ਨੂੰ ਹੋਵੇਗੀ। ਦਰਅਸਲ ਸ਼ਗਨਪ੍ਰੀਤ ਆਸਟ੍ਰੇਲੀਆ ਤੋਂ ਭਾਰਤ ਆਉਣਾ ਚਾਹੁੰਦਾ ਹੈ ਤੇ ਇਸ ਮੁੱਦੇ ਤੇ ਹਾਈ ਕੋਰਟ ਨੇ ਸ਼ਗਨਪ੍ਰੀਤ ਦੇ ਵਕੀਲ ਤੋਂ ਸਵਾਲ ਪੁੱਛੇ। ਅਦਾਲਤ ਨੇ ਪੁੱਛਿਆ ਕਿ ਇਸ ਵੇਲੇ ਸ਼ਗਨਪ੍ਰੀਤ ਕਿੱਥੇ ਹੈ ਤਾਂ ਵਕੀਲ ਨੇ ਕਿਹਾ ਕਿ ਸ਼ਗਨਪ੍ਰੀਤ ਇਸ ਵੇਲੇ ਆਸਟ੍ਰੇਲੀਆ ਦੇ ਵਿੱਚ ਹੈ। ਸ਼ਗਨਪ੍ਰੀਤ ਦੇਸ਼ ਤੋਂ ਬਾਹਰ ਹੈ ਤਾਂ ਉਸ ਨੂੰ ਕੋਈ ਖਤਰਾ ਨਹੀਂ ਹੈ, ਇਹ ਹਾਈ ਕੋਰਟ ਨੇ ਕਿਹਾ। ਤਾਂ ਵਕੀਲ ਨੇ ਕਿਹਾ ਕਿ ਉਹ ਵਾਪਸ ਆਉਣਾ ਚਾਹੁੰਦਾ ਹੈ, ਭਾਰਤ ਆਉਣ ਦੇ ਲਈ ਟਿਕਟ ਵੀ ਬੁੱਕ ਕਰਵਾ ਲਈ ਹੈ। ਸ਼ਗਨਪ੍ਰੀਤ ਜਾਂਚ ਦੇ ਵਿੱਚ ਸ਼ਾਮਿਲ ਹੋਣਾ ਚਾਹੁੰਦਾ ਹੈ। ਅਦਾਲਤ ਨੇ ਕਿਹਾ ਕਿ ਇਹ ਇੱਕ ਵਿਵਾਦਿਤ ਮਾਮਲਾ ਹੈ, ਇਸ ਲਈ ਐਮਰਜੈਂਸੀ ਨਹੀਂ ਹੈ। ਸ਼ਗਨਪ੍ਰੀਤ ਨੇ ਵਿੱਕੀ ਮਿੱਡੂ ਖੇੜਾ ਕਤਲ ਕੇਸ ਦੇ ਵਿੱਚ ਅਗਾਊਂ ਜ਼ਮਾਨਤ ਮੰਗੀ ਹੈ। ਨਾਲ ਹੀ ਉਸਨੇ ਲਾਰੈਂਸ ਅਤੇ ਗੋਲਡੀ ਬਰਾੜ ਤੋਂ ਜਾਨ ਨੂੰ ਖਤਰਾ ਦੱਸ ਕੇ ਸੁਰੱਖਿਆ ਦੀ ਵੀ ਮੰਗ ਕੀਤੀ ਹੈ। ਦਰਅਸਲ ਵਿੱਕੀ ਮਿੱਡੂ ਖੇੜਾ ਕਤਲ ਕੇਸ ਦੇ ਵਿੱਚ ਸ਼ਗਨਪ੍ਰੀਤ ਦੇ ਉੱਤੇ ਇਲਜ਼ਾਮ ਲੱਗੇ ਨੇ ਤੇ ਹੁਣ ਉਹ ਹਾਈ ਕੋਰਟ ਦਾ ਰੁਖ ਕਰ ਰਿਹਾ ਹੈ। ਇਸ ਸਭ ਦੇ ਵਿਚਾਲੇ ਤੁਹਾਨੂੰ ਇਹ ਵੀ ਦੱਸ ਦੇ ਕਿ ਵਿੱਕੀ ਮਿੱਡੂ ਖੇੜਾ ਕਤਲ ਕੇਸ ਦੇ ਵਿੱਚ ਸਿੱਧੂ ਮੂਸੇਵਾਲਾ ਦਾ ਜੋ ਕਰੀਬੀ ਦੱਸਿਆ ਜਾਂਦਾ ਹੈ ਸ਼ਗਨਪ੍ਰੀਤ, ਉਸ ਦਾ ਰੋਲ ਹੈ ਤੇ ਇਸ ਦਾ ਖੁਲਾਸਾ ਦਿੱਲੀ ਪੁਲਿਸ ਦੇ ਵੱਲੋਂ ਕੀਤਾ ਗਿਆ।
ਤੇ ਦਿੱਲੀ ਪੁਲਿਸ ਦੇ ਸਪੈਸ਼ਲ ਕਮਿਸ਼ਨਰ ਦਾ ਕਹਿਣਾ ਹੈ ਕਿ ਵਿੱਕੀ ਮਿੱਡੂ ਖੇੜਾ ਦੇ ਸ਼ੂਟਰਾਂ ਨੂੰ ਸ਼ਗਨਪ੍ਰੀਤ ਨੇ ਰਹਿਣ ਦੇ ਲਈ ਜਗ੍ਹਾ ਦਿੱਤੀ ਸੀ ਤੇ ਉਹਨਾਂ ਨੂੰ ਗੱਡੀਆਂ ਮੁਹੱਈਆ ਕਰਵਾਈਆਂ ਸਨ। उसने जो विक्की मिट्टू खेड़ा वाले केस के शूटर्स थे वो पहले एक दिन पहले उसके पास आए, गाड़ी में वो खुद लेके गया, जहां वो ठहरे वो शगनप्रीत ने ठहराया। एक पासे शगनप्रीत ते इल्जाम लग रहे ने तां उत्थे शगनप्रीत दे वकील कनीजा आहूजा ने इल्जाम लगाया कि शगन नूं इस मामले दे विच नजायज़ फसाया जा रहा है। जदों शगन भारत सी तां केस दे विच नाम नहीं सी ते जदों विदेश चला गया तां केस दे विच नाम पा दिता गया। देखिए, शगनप्रीत इस समय ऑस्ट्रेलिया में है, एप्रीहेंशन टू अरेस्ट है अगर वो इंडिया वापस आते हैं, और कोर्ट में हमने सबसे पहले चीज़ ही ये सबमिट की है कि शगनप्रीत इज रेडी टू जॉइन इन्वेस्टिगेशन और वो इंडिया आना चाहते हैं। दरअसल शगनप्रीत की पटिशन के उत्ते हाई कोर्ट दे विच सुनवाई हुई है। हुण गल जग्गू भगवानपुरी दी। लॉरेंस तो बाद हुण पंजाब पुलिस नूं जग्गू भगवानपुरिया दा भी रिमांड मिलिया। जग्गू भगवानपुरिया दा भी लिंक सिद्धू मूसेवाला कतल केस दे विच निकल के सामने आ रहा है ਤੇ ਮਾਨਸਾ ਕੋਰਟ ਨੇ ਜੱਗੂ ਭਗਵਾਨਪੁਰੀਆ ਨੂੰ 7 ਦਿਨ ਦੀ ਪੁਲਿਸ ਰਿਮਾਂਡ ਦੇ ਉੱਤੇ ਭੇਜ ਦਿੱਤਾ। ਪੁਲਿਸ ਨੇ ਜੱਗੂ ਦੀ 10 ਦਿਨ ਦੀ ਰਿਮਾਂਡ ਮੰਗੀ ਸੀ। ਲਾਰੈਂਸ ਦੀ ਤਰ੍ਹਾਂ ਜੱਗੂ ਨੂੰ ਵੀ ਬੁਲਟ ਪ੍ਰੂਫ ਗੱਡੀ ਦੇ ਵਿੱਚ ਹੀ ਮਾਨਸਾ ਕੋਰਟ ਲਿਆਂਦਾ ਗਿਆ ਸੀ। ਜਿਹੜਾ ਜੱਗੂ ਭਗਵਾਨਪੁਰੀਆ ਇਹ ਬੜਾ ਐਕਟਿਵਲੀ ਇਹਨੇ ਪਾਰਟਿਸਿਪੇਟ ਕੀਤਾ ਸਾਰੇ ਐਪੀਸੋਡ ਦੇ ਵਿੱਚ, ਤਾਂ ਕੁਝ ਸ਼ੂਟਰਸ ਇਹਨੇ ਵੀ ਪ੍ਰੋਵਾਈਡ ਕੀਤੇ ਹੋਏ। ਤੇ ਹੁਣ ਜੱਗੂ ਨੂੰ ਲਾਰੈਂਸ ਦੇ ਸਾਹਮਣੇ ਬਿਠਾ ਕੇ ਪੁੱਛਗਿੱਛ ਪੁਲਿਸ ਕਰੇਗੀ। ਦੱਸ ਦਈਏ ਕਿ ਜੱਗੂ ਤੇ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਸ਼ੂਟਰਾਂ ਨੂੰ ਹਥਿਆਰ ਸਪਲਾਈ ਕਰਨ ਦੇ ਇਲਜ਼ਾਮ ਲੱਗੇ ਨੇ। ਤਾਂ ਇੱਕ ਪਾਸੇ ਜੱਗੂ ਭਗਵਾਨਪੁਰੀਆ ਤੇ ਇੱਕ ਲਾਰੈਂਸ ਬਿਸ਼ਨੋਈ ਦੋਵੇਂ ਪੰਜਾਬ ਪੁਲਿਸ ਦੀ ਗ੍ਰਿਫਤ ਦੇ ਵਿੱਚ ਇਸ ਸਮੇਂ ਹੈਗੇ ਨੇ। ਤਾਂ ਹੁਣ ਦੇਖਣਾ ਹੋਵੇਗਾ ਕਿ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਵਿੱਚ ਹੋਰ ਕੀ ਕੁਝ ਖੁਲਾਸੇ ਪੁਲਿਸ ਕਰ ਪਾਉਂਦੀ ਹੈ। ਜਸਦੀਪ ਸਿੰਘ ਜੱਗੂ ਭਗਵਾਨਪੁਰੀਆ ਦਾ ਅਸੀਂ ਜ਼ਿਕਰ ਕਰ ਰਹੇ ਹਾਂ। ਜਸਦੀਪ ਸਿੰਘ ਨੂੰ ਹੁਣ ਸਾਰੇ ਜੱਗੂ ਭਗਵਾਨਪੁਰੀਆ ਦੇ ਨਾਮ ਨਾਲ ਜਾਣਦੇ ਨੇ, ਪਰ ਕ੍ਰਾਈਮ ਦੀ ਦੁਨੀਆ ਦੇ ਵਿੱਚ ਜੱਗੂ ਭਗਵਾਨਪੁਰੀਆ ਦਾ ਇੱਕ ਹੋਰ ਨਾਮ ਵੀ ਤੇ ਉਹ ਨਾਮ ਸੀ ਪੰਜਾਬ ਦਾ ਸੁਪਾਰੀ ਕਿੰਗ, ਜਿਸ ਦੇ ਨਾਲ ਜੱਗੂ ਕ੍ਰਾਈਮ ਦੀ ਦੁਨੀਆ ਦੇ ਵਿੱਚ ਆਪਣੀ ਧੱਕ ਜਮਾਉਣਾ ਚਾਹੁੰਦਾ ਸੀ। ਤੇ ਜੱਗੂ ਕ੍ਰਾਈਮ ਦੀ ਦੁਨੀਆ ਦੇ ਵਿੱਚ ਆਉਣ ਤੋਂ ਪਹਿਲਾਂ ਖੇਡਾਂ ਦੀ ਦੁਨੀਆ ਦੇ ਵਿੱਚ ਵੀ ਆਪਣਾ ਸਿੱਕਾ ਜ਼ਰੂਰ ਜਮਾ ਚੁੱਕਿਆ ਸੀ। ਮਾਝੇ ਵਿੱਚ ਜੱਗੂ ਇੱਕ ਵੱਡੇ ਕਬੱਡੀ ਖਿਡਾਰੀ ਦੇ ਵਜੋਂ ਮਸ਼ਹੂਰ ਸੀ। ਮਾਝੇ ਦੇ ਵਿੱਚ ਸਭ ਤੋਂ ਵੱਧ ਕ੍ਰਿਮੀਨਲ ਐਕਟੀਵਿਟੀ ਹੁੰਦੀ ਹੈ। ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ, ਹਿਮਾਚਲ ਤੇ ਜੰਮੂ ਦੇ ਵਿੱਚ ਇਸ ਦੀ ਕ੍ਰਾਈਮ ਕੁੰਡਲੀ ਹੈ। ਡਕੈਤੀ, ਰੰਗਦਾਰੀ ਤੇ ਕਤਲ ਦੇ ਕਈ ਮਾਮਲਿਆਂ ਦੇ ਵਿੱਚ ਜੱਗੂ ਦਾ ਨਾਮ ਹੈ। ਕਤਲ ਮਾਮਲੇ ਦੇ ਵਿੱਚ ਜੇਲ੍ਹ ਵੀ ਉਸ ਨੂੰ ਹੋ ਚੁੱਕੀ ਹੈ। ਉਧਰ ਜੇਲ੍ਹ ਦੇ ਵਿੱਚ ਸੁੱਖਾ ਕਾਲੋਂ ਤੇ ਲਾਰੈਂਸ ਬਿਸ਼ਨੋਈ ਦੇ ਨਾਲ ਉਸ ਸੰਪਰਕ ਦੇ ਵਿੱਚ ਆਇਆ। ਸੁੱਖੇ ਦੇ ਮਰਡਰ ਤੋਂ ਬਾਅਦ ਪ੍ਰੇਮਾ ਲਾਹੌਰੀਆ ਤੇ ਵਿੱਕੀ ਗੌਂਡਰ ਦੇ ਨਾਲ ਉਸ ਦਾ ਵੈਰ ਪਿਆ। ਮਾਂ ਦੇ ਵੱਲੋਂ ਪੰਜਾਬ ਪੁਲਿਸ ਤੇ ਐਨਕਾਊਂਟਰ ਦੀ ਸਾਜ਼ਿਸ਼ ਦੇ ਪਹਿਲਾਂ ਹੀ ਇਲਜ਼ਾਮ ਲਗਾਏ ਗਏ ਸੀ। ਤੁਹਾਨੂੰ ਦੱਸ ਦਈਏ ਕਿ ਜੱਗੂ ਨੂੰ ਤਿਹਾੜ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਗਿਆ ਸੀ। ਜੱਗੂ ਨੂੰ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਵਿੱਚ ਪੰਜਾਬ ਪੁਲਿਸ ਦਿੱਲੀ ਤੋਂ ਟ੍ਰਾਂਜ਼ਿਟ ਰਿਮਾਂਡ ਦੇ ਉੱਤੇ ਲੈ ਕੇ ਆਈ ਹੋਈ ਹੈ। ਜੱਗੂ ਭਗਵਾਨਪੁਰੀਆ ਨੂੰ ਬੁਲਟ ਪ੍ਰੂਫ ਗੱਡੀ ਦੇ ਵਿੱਚ ਦਿੱਲੀ ਤੋਂ ਪੰਜਾਬ ਲਿਆਂਦਾ ਗਿਆ ਸੀ, ਪਰ ਸਵਾਲ ਇਹ ਹੈ ਕਿ ਜੱਗੂ ਨੂੰ ਇੰਨੀ ਸਿਕਿਉਰਿਟੀ ਕਿਉਂ ਤੇ ਕ੍ਰਾਈਮ ਦੀ ਦੁਨੀਆ ਦੇ ਵਿੱਚ ਜੱਗੂ ਦਾ ਕਿਹੜੇ-ਕਿਹੜੇ ਗੈਂਗਸਟਰਾਂ ਦੇ ਨਾਲ ਨਾਮ ਜੁੜਿਆ ਹੋਇਆ। ਗੈਂਗਸਟਰਾਂ ਦੀ ਲਿਸਟ ਖੋਲੀਏ ਤਾਂ ਇੱਕ ਨਾਮ ਸਭ ਤੋਂ ਅੱਗੇ ਆਉਂਦਾ ਹੈ ਤੇ ਉਹ ਨਾਮ ਹੈ ਜੱਗੂ ਭਗਵਾਨਪੁਰੀਆ ਦਾ। ਤੇ ਜੇਲ੍ਹ ਦੇ ਵਿੱਚੋਂ ਬੈਠ ਕੇ ਹੀ ਜੱਗੂ ਨੈਟਵਰਕ ਚਲਾ ਰਿਹਾ ਸੀ। ਲਾਰੈਂਸ ਬਿਸ਼ਨੋਈ ਦੇ ਨਾਲ ਨਜ਼ਦੀਕੀਆਂ ਜੱਗੂ ਦੀਆਂ ਦੱਸੀਆਂ ਜਾਂਦੀਆਂ ਨੇ। ਤਿਹਾੜ ਜੇਲ੍ਹ ਤੋਂ ਹੀ ਲਾਰੈਂਸ ਦੇ ਨਾਲ ਮਿਲ ਕੇ ਉਸ ਦੇ ਵੱਲੋਂ ਨੈਟਵਰਕ ਚਲਾਇਆ ਜਾ ਰਿਹਾ ਸੀ ਤੇ ਜੇਲ੍ਹ ਦੇ ਵਿੱਚ ਬੰਦ ਹੋਣ ਦੇ ਬਾਵਜੂਦ ਵੀ ਕਈ ਕਤਲ ਕਰਵਾਏ ਗਏ। ਇਲਜ਼ਾਮ ਇਹ ਵੀ ਨੇ ਕਿ ਉਹ ਸੁੱਖਾ ਕਾਲਮ ਦਾ ਸਾਥੀ ਰਹਿ ਚੁੱਕਿਆ ਹੈ ਤੇ ਪੰਜਾਬ ਦੇ ਵੱਖ-ਵੱਖ ਥਾਣਿਆਂ ਦੇ ਵਿੱਚ ਉਸ ਦੇ ਉੱਤੇ 26 ਤੋਂ ਵੱਧ ਕੇਸ ਦਰਜ ਨੇ। ਕਤਲ, ਲੁੱਟਾਂ ਖੋਹਾਂ ਤੇ ਗੈਂਗਵਾਰ ਦੇ ਕੇਸਿਸ ਦਰਜ ਨੇ। ਗੁਰਦੀਪ ਪਹਿਲਵਾਨ ਦੇ ਕਤਲ ਦੀ ਜ਼ਿੰਮੇਵਾਰੀ ਵੀ ਜੱਗੂ ਭਗਵਾਨਪੁਰੀਆ ਨੇ ਲਈ ਸੀ। ਅੰਮ੍ਰਿਤਸਰ 'ਚ ਸੰਜੀਵ ਬੱਬਾ ਦੇ ਕਤਲ ਦੇ ਵਿੱਚ ਵੀ ਉਸ ਦਾ ਨਾਮ ਸੀ। ਰਾਣਾ ਕੰਦੋਵਾਲੀਆ ਦੇ ਕਤਲ ਦੀ ਜ਼ਿੰਮੇਵਾਰੀ ਵੀ ਲਈ ਸੀ ਤੇ ਉਹਦਾ ਸਿੱਧੂ ਮੂਸੇਵਾਲਾ ਦੇ ਕਤਲ ਦੇ ਵਿੱਚ ਵੀ ਨਾਮ ਸਾਹਮਣੇ ਆ ਰਿਹਾ ਹੈ। ਮੂਸੇਵਾਲਾ ਨੂੰ ਮਾਰਨ ਦੇ ਲਈ 2 ਸ਼ਾਰਪ ਸ਼ੂਟਰ ਮੁਹੱਈਆ ਕਰਵਾਉਣ ਦਾ ਵੀ ਇਲਜ਼ਾਮ ਜੱਗੂ ਦੇ ਉੱਤੇ ਲੱਗਿਆ ਹੈ। ਇਨਵੈਸਟੀਗੇਸ਼ਨਸ ਦੇ ਵਿੱਚ ਆਇਆ ਸੀ ਵੀ ਹੈ ਜਿਹੜਾ ਜੱਗੂ ਭਗਵਾਨਪੁਰੀਆ ਇਹ ਬੜਾ ਐਕਟਿਵਲੀ ਇਹਨੇ ਪਾਰਟਿਸਿਪੇਟ ਕੀਤਾ ਸਾਰੇ ਐਪੀਸੋਡ ਦੇ ਵਿੱਚ, ਤਾਂ ਕੁਝ ਸ਼ੂਟਰਸ ਇਹਨੇ ਵੀ ਪ੍ਰੋਵਾਈਡ। ਤਾਂ ਬਹੁਤ ਸਾਰੇ ਗੈਂਗਸਟਰਾਂ ਦਾ ਨਾਮ ਇਸ ਸਮੇਂ ਜ਼ਰੂਰ ਚਰਚਾ ਦੇ ਵਿੱਚ ਹੈ। ਜੱਗੂ ਭਗਵਾਨਪੁਰੀਆ, ਲਾਰੈਂਸ ਬਿਸ਼ਨੋਈ ਤੇ ਉਸ ਤੋਂ ਬਾਅਦ ਗੋਲਡੀ ਬਰਾੜ, ਵਿਕਰਮ ਬਰਾੜ। ਹੁਣ ਸਵਾਲ ਇਹੀ ਹੈ ਕਿ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਵਿੱਚ 1-2 ਸਲਾਖਾਂ ਦੇ ਪਿੱਛੇ ਹੋਣਗੇ ਜੋ ਹੁਣ ਤੱਕ ਨਹੀਂ ਨੇ, ਜਿਨ੍ਹਾਂ ਦੇ ਵਿੱਚ ਗੋਲਡੀ ਬਰਾੜ ਸਭ ਤੋਂ ਵੱਡਾ ਨਾਮ ਹੈ। ਤੇ ਉਸ ਤੋਂ ਵੀ ਵੱਡਾ ਸਵਾਲ ਕਿ ਪੰਜਾਬ ਨੂੰ ਇਸ ਗੈਂਗਸਟਰਵਾਦ ਤੋਂ ਕਦੋਂ ਨਿਜਾਤ ਮਿਲੇਗੀ, ਕਿਉਂਕਿ ਜਦੋਂ ਗੈਂਗਸਟਰਾਂ ਦੀ ਚਰਚਾ ਹੋਵੇ, ਜ਼ਿਕਰ ਹੋਵੇ, ਉਹਨਾਂ ਨੂੰ ਰਿਮਾਂਡ ਦੇ ਉੱਤੇ ਲਿਆ ਜਾਵੇ ਜਾਂ ਉਹ ਵਾਰਦਾਤਾਂ ਨੂੰ ਅੰਜਾਮ ਦੇਣ, ਫਿਰ ਫਰਕ ਤਾਂ ਪੈਂਦਾ ਹੈ। ਉਧਰ ਰੋਹਤਕ ਦੇ ਗਾਂਧੀ ਕੈਂਪ ਇਲਾਕੇ ਦੇ ਵਿੱਚ ਬੇਖੌਫ ਬਦਮਾਸ਼ਾਂ ਨੇ ਇੱਕ ਢਾਬੇ ਦੇ ਉੱਤੇ ਹਮਲਾ ਕਰ ਦਿੱਤਾ।
ਇਕੱਠੇ ਵੱਡੀ ਗਿਣਤੀ ਦੇ ਵਿੱਚ ਬਦਮਾਸ਼ਾਂ ਦੀ ਟੋਲੀ ਢਾਬੇ ਦੇ ਉੱਤੇ ਪਹੁੰਚੀ ਅਤੇ ਲਾਠੀ ਡੰਡਿਆਂ ਦੇ ਨਾਲ ਢਾਬਾ ਚਲਾਉਣ ਵਾਲੇ ਦੇ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਵਿਚਾਲੇ ਬਚਾਅ ਦੇ ਵਿੱਚ ਉਤਰੇ ਢਾਬੇ ਦੇ ਮੁਲਾਜ਼ਮਾਂ ਨੂੰ ਵੀ ਬਦਮਾਸ਼ਾਂ ਨੇ ਬੁਰੀ ਤਰ੍ਹਾਂ ਕੁੱਟਿਆ। ਬਦਮਾਸ਼ਾਂ ਦੇ ਅਚਾਨਕ ਹੋਏ ਹਮਲੇ ਤੋਂ ਬਾਅਦ ਹਫੜਾ ਦਫੜੀ ਮਚ ਗਈ। ਹਰ ਕੋਈ ਖੁਦ ਨੂੰ ਬਚਾਉਣ ਦੇ ਲਈ ਇੱਧਰ ਉੱਧਰ ਭੱਜਣ ਲੱਗਿਆ, ਪਰ ਬਦਮਾਸ਼ਾਂ ਦੇ ਸਿਰ ਦੇ ਉੱਤੇ ਤਾਂ ਜਿਵੇਂ ਖੂਨ ਹੀ ਸਵਾਰ ਸੀ। ਉਹ ਫਿਰ ਵੀ ਨਹੀਂ ਰੁਕੇ। ਬਦਮਾਸ਼ਾਂ ਦੀ ਇਹ ਕਰਤੂਤ ਢਾਬੇ ਦੇ ਵਿੱਚ ਲੱਗੇ ਸੀਸੀਟੀਵੀ ਦੇ ਵਿੱਚ ਵੀ ਕੈਦ ਹੋ ਗਈ, ਜਿਸ ਦੀਆਂ ਤਸਵੀਰਾਂ ਵੀ ਤੁਸੀਂ ਦੇਖ ਰਹੇ ਹੋ। 2 कस्टमर ऐसे लेके आए थे। आके उन्होंने मेरे को ऑर्डर दिया। ऑर्डर में पापा को इसमें बनाने के लिए बोल रहा था, इसमें से पीछे में काउंटर हमला कर दिया। ਵਾਰਦਾਤ ਤੋਂ ਬਾਅਦ ਤੋਂ ਹਮਲਾਵਰ ਫਰਾਰ ਨੇ ਅਤੇ ਜ਼ਖਮੀਆਂ ਨੂੰ ਪੀਜੀਆਈ ਭਰਤੀ ਕਰਵਾਇਆ ਗਿਆ ਹੈ। मैं हारिस का लड़का आकाश ने अपने बयान पर मुकदमा दर्ज करा दिया है और दोषियों की जल्दी से जल्द गिरफ्तारी की जाएगी, उसमें तफ्तीश जारी है। ਹਮਲੇ ਦੀ ਵਜ੍ਹਾ ਹੁਣ ਤੱਕ ਸਾਫ਼ ਨਹੀਂ ਹੋ ਸਕੀ ਹੈ। ਇੱਥੋਂ ਤੱਕ ਕਿ ਢਾਬਾ ਚਲਾਉਣ ਵਾਲੇ ਹਮਲਾਵਰਾਂ ਨੂੰ ਪਹਿਚਾਣਦੇ ਤੱਕ ਨਹੀਂ ਨੇ। ਸਵਾਲ ਜ਼ਰੂਰ ਹੈ ਕਿ ਆਖਿਰ ਅਣਪਛਾਤੇ ਆ ਕੇ ਜੇ ਹਮਲਾ ਇਸ ਤਰੀਕੇ ਨਾਲ ਕਰਦੇ ਨੇ ਔਰ ਢਾਬੇ ਵਾਲਾ ਉਹਨਾਂ ਨੂੰ ਜਾਣਦਾ ਵੀ ਨਹੀਂ ਤਾਂ ਕਿਉਂ ਇਸ ਤਰੀਕੇ ਨਾਲ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ? ਕੀ ਕੋਈ ਟਾਰਗੇਟ ਹੋਰ ਸੀ ਪਰ ਇਸ ਢਾਬੇ ਦੇ ਉੱਤੇ ਹਮਲਾ ਕਰ ਦਿੱਤਾ ਗਿਆ, ਜਾਂ ਫਿਰ ਪੁਰਾਣਾ ਰੰਜਿਸ਼ ਦਾ ਕੋਈ ਮਾਮਲਾ ਸੀ ਜਿਸ ਨੂੰ ਲੈ ਕੇ ਪੂਰੀ ਵਾਰਦਾਤ ਹੋਈ ਹੈ? ਹੁਣ ਅੱਗੇ ਵਧਦੇ ਹਾਂ ਤੇ ਗੱਲ 30 ਜੂਨ ਦੇ ਇਤਿਹਾਸ ਦੀ। ਜੀ ਹਾਂ, 30 ਜੂਨ ਦਾ ਇਤਿਹਾਸ ਕੀ ਕਹਿੰਦਾ ਹੈ ਉਹ ਵੀ ਅਸੀਂ ਤੁਹਾਨੂੰ ਦੱਸ ਰਹੇ ਹਾਂ, ਅਪਡੇਟ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤੇ 30 ਜੂਨ ਦਾ ਇਤਿਹਾਸ ਜੁੜਿਆ ਹੋਇਆ ਹੈ ਮਾਈਕ ਟਾਇਸਨ ਦੇ ਨਾਲ। ਜੀ ਹਾਂ, ਮਾਈਕਲ ਗੈਰਾਰਡ ਟਾਇਸਨ ਇੱਕ ਅਮਰੀਕੀ ਸਾਬਕਾ ਪੇਸ਼ੇਵਰ ਮੁੱਕੇਬਾਜ਼ ਨੇ ਜੋ ਦੁਨੀਆ ਦੇ ਵਿੱਚ ਹੈਵੀਵੇਟ ਮੁੱਕੇਬਾਜ਼ ਦੇ ਤੌਰ ਦੇ ਉੱਤੇ ਜਾਣੇ ਗਏ, ਜਿਨ੍ਹਾਂ ਨੇ 1985 ਤੋਂ ਲੈ ਕੇ 2005 ਤੱਕ ਰਿੰਗ ਦੇ ਵਿੱਚ ਆਪਣਾ ਜ਼ਬਰਦਸਤ ਦਮਖਮ ਦਿਖਾਇਆ। ਉਹਨਾਂ ਨੂੰ ਇਹ ਵੀ ਕਿਹਾ ਜਾਂਦਾ ਸੀ ਦਾ ਬੈਡੈਸਟ ਮੈਨ ਆਫ ਪਲੈਨਟ। ਔਰ ਇਹ ਵੀ ਤੁਹਾਨੂੰ ਦੱਸ ਦਈਏ ਕਿ ਆਪਣੇ ਸ਼ੁਰੂਆਤੀ ਦੌਰ ਦੇ ਵਿੱਚ ਮਾਈਕ ਟਾਇਸਨ ਆਇਰਨ ਮਾਈਕ ਅਤੇ ਕਿਡ ਡਾਇਨਾਮਾਈਟ ਦਾ ਨਾਮ ਵੀ ਉਹਨਾਂ ਨੂੰ ਦਿੱਤਾ ਗਿਆ ਤੇ ਬਾਅਦ ਦੇ ਵਿੱਚ ਦਾ ਬੈਡੈਸਟ ਮੈਨ ਔਨ ਦਾ ਪਲੈਨਟ ਦੇ ਵਜੋਂ ਜਾਣਿਆ ਗਿਆ। ਦੁਨੀਆ ਦੇ ਮਹਾਨ ਹੈਵੀਵੇਟ ਮੁੱਕੇਬਾਜ਼ਾਂ ਦੇ ਵਿੱਚੋਂ ਟਾਇਸਨ ਇੱਕ ਨੇ ਤੇ ਟਾਇਸਨ ਇੱਕ ਹੋਰ ਘਟਨਾ ਨੂੰ ਲੈ ਕੇ ਬਹੁਤ ਚਰਚਾ ਦੇ ਵਿੱਚ ਰਹੇ ਨੇ। ਜੀ ਹਾਂ, ਮਾਈਕ ਟਾਇਸਨ ਦੀ ਇਵੈਂਡਰ ਹੋਲੀਫੀਲਡ ਦੇ ਨਾਲ ਇੱਕ ਫਾਈਟ ਹੋਈ ਤੇ ਉਸ ਫਾਈਟ ਦੇ ਵਿੱਚ ਲੋਕਾਂ ਦੇ ਜ਼ਿਹਨ ਦੇ ਵਿੱਚ ਤਰੋਤਾਜ਼ਾ ਹੋਏਗੀ, ਜਿਸ ਦੇ ਵਿੱਚ ਮਾਈਕ ਟਾਇਸਨ ਨੇ ਹੋਲੀਫੀਲਡ ਦਾ ਕੰਨ ਚੱਬ ਲਿਆ ਸੀ, ਕੰਨ ਖਾ ਲਿਆ ਸੀ ਜਦੋਂ ਉਹ ਫਾਈਟ ਚੱਲ ਰਹੀ ਸੀ। ਤਾਂ ਉਸ ਦੀ ਵਜ੍ਹਾ ਦੇ ਨਾਲ ਉਹਨਾਂ ਨੂੰ ਕਈ ਪਾਬੰਦੀਆਂ ਵੀ ਝੱਲਣੀਆਂ ਪਈਆਂ। ਫਰਕ ਤਾਂ ਪੈਂਦਾ ਦੇ ਵਿੱਚ ਵੇਲਾ ਇੱਕ ਛੋਟਾ ਜਿਹਾ ਬ੍ਰੇਕ ਦਾ ਹੋ ਚੱਲਿਆ। ਜਲਦ ਵਾਪਸ ਆਵਾਂਗੇ ਪੰਜਾਬ ਦੀਆਂ ਕੁਝ ਹੋਰ ਖਬਰਾਂ ਲੈ ਕੇ।